ਪਾਠ 15 1857 ਈਸਵੀ ਦਾ ਵਿਦਰੋਹ। ਅੰਗਰੇਜ਼ਾਂ ਨੇ ਇਸ ਵਿਦਰੋਹ ਨੂੰ ਦਬਾ ਲਿਆ ਕਿਉਂਕਿ ਪੰਜਾਬ ਦੇ ਵਿੱਚ ਇਹ ਵਿਦਰੋਹ ਤਾਂ ਨਾ ਕਾਮਯਾਬ ਹੋ ਸਕਿਆ। ਜੋ ਪੰਜਾਬ ਦੇ ਰਾਜੇ ਸਨ ਉਹਨਾਂ ਨੇ ਵਿਦਰੋਹੀਆਂ ਦਾ ਸਾਥ ਨਾ ਦਿੱਤਾ, ਸਗੋਂ ਅੰਗਰੇਜ਼ੀ ਹਕੂਮਤ ਦਾ ਸਾਥ ਦਿੱਤਾ ਸੀ। ਇਹ ਸਭ ਤੋਂ ਮੁੱਖ ਕਾਰਨ ਸੀ ਪੰਜਾਬ ਦੇ ਵਿੱਚ ਇਸ ਵਿਦਰੋਹ ਦੇ ਅਸਫਲ ਹੋਣ ਦੇ ਕਾਰਨ। ਪਰ ਫਿਰ ਵੀ ਜੋ 1857 ਈਸਵੀ ਦਾ ਵਿਦਰੋਹ ਆ, ਇਹਨੂੰ ਕਈ ਨਾਮ ਦਿੱਤੇ ਗਏ। ਇਸ ਨੂੰ ਸੈਨਿਕ ਵਿਦਰੋਹ ਵੀ ਕਿਹਾ ਜਾਂਦਾ ਅਤੇ ਭਾਰਤੀ ਸੁਤੰਤਰਤਾ ਦਾ ਸੰਗਰਾਮ ਜਾਂ ਭਾਰਤੀ ਸੁਤੰਤਰਤਾ ਦਾ ਪਹਿਲਾ ਸੰਗਰਾਮ। ਭਾਵ ਆਮ ਤੌਰ 'ਤੇ ਕਹਾਵਤ ਹੈ ਕਿ 100 ਸਾਲ ਤੋਂ ਬਾਅਦ ਸਦੀ ਬਦਲਦੀ ਹੈ। ਤਾਂ ਭਾਰਤ ਦੀ ਜੋ ਗੁਲਾਮੀ ਦਾ ਇਤਿਹਾਸ ਸ਼ੁਰੂ ਹੋਇਆ ਸੀ ਉਹ ਹੋਇਆ ਸੀ 1757 ਈਸਵੀ ਤੋਂ, ਬੈਟਲ ਆਫ ਪਲਾਸੀ ਤੋਂ। ਤਾਂ ਇਹ ਵੀ ਅਨੁਮਾਨ ਲਗਾਇਆ ਜਾਂਦਾ ਕਿ ਲੋਕਾਂ ਦਾ ਇੱਕ ਅੰਦਾਜ਼ਾ ਸੀ ਕਿ 100 ਸਾਲਾਂ ਬਾਅਦ ਸਦੀ ਬਦਲਦੀ ਹੈ। ਤਾਂ ਕਰਕੇ 1857 ਈਸਵੀ ਦਾ ਵਿਦਰੋਹ ਲੋਕਾਂ ਨੇ ਕੀਤਾ ਸੀ, ਇਹ ਵੀ ਅਨੁਮਾਨ ਹੈ। ਪਰ ਜੋ ਆਮ ਇਸ ਦੇ ਮੁੱਖ ਨਾਮ ਨੇ ਉਹ ਸੈਨਿਕ ਵਿਦਰੋਹ ਅਤੇ ਭਾਰਤੀ ਸੁਤੰਤਰਤਾ ਦਾ ਸੰਗਰਾਮ ਦਾ ਨਾਮ ਦਿੱਤਾ ਗਿਆ। ਇਸ ਵਿਦਰੋਹ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਤਤਕਾਲੀ ਕਾਰਨ ਸਨ। ਇਹ ਸਾਰੇ ਅਸੀਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਰਾਹੀਂ ਕਰ ਚੁੱਕੇ ਹਾਂ ਸਾਰਾ ਕੁਛ। ਇਸ ਤੋਂ ਪਹਿਲਾਂ ਅੱਜ ਇਹ 10ਵੀਂ ਅਸਾਈਨਮੈਂਟ ਹੈ ਇਸ ਪਾਠ ਦੀ। ਜੋ ਇਸ ਤੋਂ ਪਹਿਲਾਂ 9 ਅਸਾਈਨਮੈਂਟਾਂ ਆ ਚੁੱਕੀਆਂ, ਉਹ ਸਾਰਾ ਕੁਛ ਅਸੀਂ ਇਸ ਦੇ ਬਾਰੇ ਕਰ ਚੁੱਕੇ ਹਾਂ। ਮੰਗਲ ਪਾਂਡੇ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਸੀ। ਮੰਗਲ ਪਾਂਡੇ ਨੇ ਸਭ ਤੋਂ ਪਹਿਲਾਂ ਚਰਬੀ ਵਾਲੇ ਕਾਰਤੂਸ ਵਰਤਣ ਤੋਂ ਮਨ੍ਹਾ ਕੀਤਾ ਸੀ 29 ਮਾਰਚ 1857 ਨੂੰ। ਇਹ ਆਪਣੇ ਇੱਕ ਅੰਗਰੇਜ਼ ਅਫਸਰ ਹਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਜਿਸ ਕਰਕੇ ਮੰਗਲ ਪਾਂਡੇ ਨੂੰ ਫਾਂਸੀ ਹੋਈ ਸੀ। ਤਾਂ ਮੰਗਲ ਪਾਂਡੇ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਸੀ। ਅੰਗਰੇਜ਼ਾਂ ਨੇ ਭਾਰਤੀ ਰਾਜਿਆਂ ਦੀ ਮਦਦ ਨਾਲ ਅਤੇ ਆਪਣੀ ਸ਼ਕਤੀ ਨਾਲ ਇਸ ਵਿਦਰੋਹ ਨੂੰ ਦਬਾ ਦਿੱਤਾ। ਕਿਉਂਕਿ ਭਾਰਤੀ ਰਾਜਿਆਂ ਨੇ ਵਿਦਰੋਹੀਆਂ ਦਾ ਸਾਥ ਨਾ ਦਿੱਤਾ, ਸਗੋਂ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਤਾਂ ਕਰਕੇ ਇਸ ਵਿਦਰੋਹ ਨੂੰ ਦਬਾ ਦਿੱਤਾ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋ ਗਿਆ ਅਤੇ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਸ਼ਾਸਨ ਹੋ ਗਿਆ। ਤਾਂ ਇਸ ਵਿਦਰੋਹ ਦਾ ਪ੍ਰਭਾਵ ਕੀ ਪਏ, ਤਾਂ ਫਿਰ ਕੀ ਸੁਧਾਰ ਕੀਤੇ। ਤਾਂ ਅੰਗਰੇਜ਼ਾਂ ਨੇ ਆਪਣੇ ਤਰਫੋਂ ਪਹਿਲਾਂ 1600 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ ਪੂਰਬੀ ਦੇਸ਼ਾਂ ਦੇ ਨਾਲ ਵਪਾਰ ਕਰਨ ਦੀ। ਤਾਂ 1757 ਦੇ ਵਿੱਚ ਈਸਟ ਇੰਡੀਆ ਕੰਪਨੀ ਨੇ ਸਭ ਤੋਂ ਪਹਿਲਾਂ ਭਾਰਤ ਦਾ ਬੈਟਲ ਆਫ ਪਲਾਸੀ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਹੌਲੀ ਹੌਲੀ ਕਰਦੇ ਈਸਟ ਇੰਡੀਆ ਕੰਪਨੀ ਦਾ ਲਗਭਗ ਸਾਰੇ ਹੀ ਭਾਰਤ ਉੱਤੇ ਅਧਿਕਾਰ ਹੋ ਗਿਆ ਸੀ। ਤਾਂ ਇਸ ਵਿਦਰੋਹ ਤੋਂ ਬਾਅਦ ਕੀ ਹੋਇਆ, ਤਾਂ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋ ਗਿਆ ਅਤੇ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਸ਼ਾਸਨ ਹੋ ਗਿਆ ਕਿ ਭਾਰਤ ਸਿੱਧਾ ਇੰਗਲੈਂਡ ਦੀ ਸਰਕਾਰ ਦੇ ਅਧੀਨ ਹੋ ਗਿਆ। ਜੋ ਵੀ ਨੀਤੀਆਂ ਤੈਅ ਕਰਨੀਆਂ ਸੀ ਹੁਣ ਉਹ ਇੰਗਲੈਂਡ ਦੀ ਸੰਸਦ ਨੇ ਸ਼ੁਰੂ ਕਰ ਦਿੱਤੀਆਂ। ਗਵਰਨਰ ਜਨਰਲ ਨੂੰ ਵਾਇਸਰਾਏ ਦੀ ਉਪਾਧੀ ਦਿੱਤੀ ਗਈ। ਸਭ ਤੋਂ ਪਹਿਲਾਂ ਗਵਰਨਰ ਕਹਿੰਦੇ ਸਨ, ਫਿਰ ਇੱਕ ਐਕਟ ਪਾਸ ਹੋਇਆ ਸੀ 1773 ਦਾ, ਜਿਸ ਦੇ ਵਿੱਚ ਕਿਹਾ ਜਾਣ ਲੱਗਿਆ ਗਵਰਨਰ ਜਨਰਲ ਆਫ ਬੰਗਾਲ, ਫਿਰ ਗਵਰਨਰ ਜਨਰਲ ਆਫ ਇੰਡੀਆ। ਤਾਂ 1857 ਈਸਵੀ ਦੇ ਵਿਦਰੋਹ ਤੋਂ ਬਾਅਦ ਤਾਂ ਜੋ ਗਵਰਨਰ ਜਨਰਲ ਸੀਗਾ ਉਸ ਨੂੰ ਵਾਇਸਰਾਏ ਦੀ ਉਪਾਧੀ ਦਿੱਤੀ ਗਈ। ਅੰਗਰੇਜ਼ਾਂ ਨੇ ਭਾਰਤੀਆਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਕਰਨ ਦਾ ਵਿਸ਼ਵਾਸ ਦਿੱਤਾ। ਭਾਰਤੀਆਂ 'ਤੇ ਵਪਾਰਕ ਬੰਦਿਸ਼ਾਂ ਲੱਗ ਗਈਆਂ। ਭਾਵੇਂ ਇਹ ਵਿਦਰੋਹ ਸਫਲ ਨਾ ਹੋਇਆ ਪਰ ਦੇਸ਼ ਦੀ ਆਜ਼ਾਦੀ ਲਈ ਸਹਾਇਕ ਸਿੱਧ ਹੋਇਆ। ਤਾਂ ਲਗਭਗ ਫਿਰ ਉਸੇ ਤਰ੍ਹਾਂ 1947 ਵਿੱਚ ਜਾ ਕੇ ਭਾਰਤ ਆਜ਼ਾਦ ਹੋ ਗਿਆ ਸੀ। ਅਤੇ ਜੋ 1857 ਈਸਵੀ ਦਾ ਇਹ ਪਹਿਲਾ ਵਿਦਰੋਹ ਹੈ, ਇਹ ਸਾਡੇ ਭਾਰਤੀ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਤਾ ਰੱਖਦਾ ਹੈ। ਅਤੇ ਇਸ ਤੋਂ ਬਾਅਦ ਜੋ ਸੈਨਿਕ ਪ੍ਰਭਾਵ ਪਏ ਉਹ ਪਹਿਲਾਂ ਭਾਰਤੀ ਸੈਨਿਕਾਂ ਦੀ ਗਿਣਤੀ ਅੰਗਰੇਜ਼ ਸੈਨਿਕਾਂ ਤੋਂ ਜ਼ਿਆਦਾ ਸੀ, ਪਰ ਇਸ ਵਿਦਰੋਹ ਤੋਂ ਬਾਅਦ ਭਾਰਤੀ ਸੈਨਿਕਾਂ ਦੀ ਗਿਣਤੀ ਨੂੰ ਘਟਾ ਦਿੱਤਾ ਗਿਆ ਅਤੇ ਅੰਗਰੇਜ਼ੀ ਸੈਨਿਕਾਂ ਦੀ ਗਿਣਤੀ ਨੂੰ ਵਧਾ ਦਿੱਤਾ ਗਿਆ ਸੀ। ਪਹਿਲਾ ਕੁਐਸਚਨ 1857 ਈਸਵੀ ਦੇ ਵਿਦਰੋਹ ਨੂੰ ਕੀ ਨਾਂ ਦਿੱਤੇ ਗਏ। ਤਾਂ ਅਸੀਂ ਹੁਣੇ ਉੱਪਰ ਪੜ੍ਹਿਆ ਹੈ। ਤਾਂ ਜੋ ਨਾਂ ਦਿੱਤੇ ਗਏ ਸਨ ਉਹ ਸੈਨਿਕ ਵਿਦਰੋਹ ਅਤੇ ਭਾਰਤੀ ਸੁਤੰਤਰਤਾ ਦਾ ਸੰਗਰਾਮ। ਤਾਂ ਪਹਿਲੇ ਕੁਐਸਚਨ ਦਾ ਆਨਸਰ ਹੈ ਇਹ 1857 ਈਸਵੀ ਦੇ ਵਿਦਰੋਹ ਨੂੰ ਸੈਨਿਕ ਵਿਦਰੋਹ
ਅਤੇ ਭਾਰਤੀ ਸੁਤੰਤਰਤਾ ਦਾ ਸੰਗਰਾਮ ਦਾ ਨਾਂ ਦਿੱਤਾ ਗਿਆ। ਪਹਿਲੇ ਕੁਐਸਚਨ ਦਾ ਆਨਸਰ ਪੂਰਾ ਪੁਆਇੰਟ ਲਿਖ ਲਓ। ਇਸ ਤੋਂ ਅੱਗੇ ਗਵਰਨਰ ਜਨਰਲ ਦੀ ਕਿਹੜੀ ਉਪਾਧੀ ਦਿੱਤੀ ਗਈ? ਗਵਰਨਰ ਜਨਰਲ ਨੂੰ, ਤਾਂ ਗਵਰਨਰ ਜਨਰਲ ਨੂੰ ਵਾਇਸਰਾਏ। ਦੂਜੇ ਕੁਐਸਚਨ ਦਾ ਆਨਸਰ, ਕੀ ਇਹ ਵਿਦਰੋਹ ਸਫਲ ਹੋਇਆ? ਇਹ ਵਿਦਰੋਹ ਸਫਲ ਨਾ ਹੋਇਆ। ਤੀਜੇ ਕੁਐਸਚਨ ਦਾ ਆਨਸਰ। ਤਾਂ ਅਸੀਂ ਦੁਬਾਰਾ ਦੇਖਦੇ ਹਾਂ। ਤਾਂ ਇਹ ਪਹਿਲੇ ਕੁਐਸਚਨ ਦਾ ਆਨਸਰ, ਜੋ ਪਹਿਲਾ ਪੁਆਇੰਟ ਹੈ, ਇਹ ਪਹਿਲੇ ਕੁਐਸਚਨ ਦਾ ਆਨਸਰ ਹੈ। ਇਹ ਦੂਸਰੇ ਕੁਐਸਚਨ ਦਾ, ਇਹ ਤੀਸਰੇ ਕੁਐਸਚਨ ਦਾ। ਇਸ ਤਰ੍ਹਾਂ ਅਸੀਂ ਪਹਿਲਾ, ਦੂਜਾ, ਤੀਜਾ ਕੁਐਸਚਨ ਕੀਤੇ ਹਨ। ਇਸ ਤੋਂ ਅੱਗੇ ਭਾਰਤ ਵਿੱਚ ਦਾ ਰਾਜ ਖਤਮ ਹੋ ਗਿਆ। ਕਿਸ ਦਾ ਰਾਜ ਖਤਮ ਹੋ ਗਿਆ? ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ। ਇਹ ਸਾਡੀ ਪਹਿਲੀ ਖਾਲਿਸਤਾਨ ਹੈ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋ ਗਿਆ, ਪਹਿਲਾ ਖਾਲਿਸਤਾਨ। ਦਾ ਵਿਦਰੋਹ ਦਾ ਪਹਿਲਾ ਸ਼ਹੀਦ ਸੀ ਕੌਣ? ਮੰਗਲ ਪਾਂਡੇ। ਭਾਰਤੀਆਂ 'ਤੇ ਵਪਾਰਕ ਬੰਦਸ਼ਾਂ ਲੱਗ ਗਈਆਂ। ਅਤੇ ਜੇਕਰ ਅਸੀਂ ਦੁਬਾਰਾ ਦੇਖੀਏ ਤਾਂ ਅਸੀਂ ਦੇਖ ਸਕਦੇ ਹਾਂ, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋ ਗਿਆ, ਪਹਿਲਾ ਖਾਲਿਸਤਾਨ। ਦੂਜੇ ਖਾਲਿਸਤਾਨ 'ਚ ਕੀ ਆਵੇਗਾ? ਮੰਗਲ ਪਾਂਡੇ। ਦੂਜਾ ਖਾਲਿਸਤਾਨ। ਤੀਜਾ, ਭਾਰਤੀਆਂ ਦੇ ਵਪਾਰਕ ਬੰਦਸ਼ਾਂ ਲੱਗ ਗਈਆਂ। ਤੀਜੇ ਖਾਲਿਸਤਾਨ ਦਾ ਉੱਤਰ ਹੈ। ਤੁਸੀਂ ਪੂਰਾ ਪੁਆਇੰਟ ਲਿਖ ਸਕਦੇ ਹੋ। ਇਹੀ ਦਿੱਤਾ ਹੋਇਆ ਆਪਾਂ ਨੂੰ। ਭਾਰਤੀਆਂ 'ਤੇ ਵਪਾਰਕ ਬੰਦਸ਼ਾਂ ਲੱਗ ਗਈਆਂ, ਪਹਿਲਾ ਖਾਲਿਸਤਾਨ, ਦੂਸਰਾ ਖਾਲਿਸਤਾਨ ਅਤੇ ਤੀਸਰਾ ਖਾਲਿਸਤਾਨ। ਪਹਿਲਾ, ਦੂਸਰਾ, ਤੀਸਰਾ ਖਾਲਿਸਤਾਨ ਅਸੀਂ ਕੀਤਾ। ਇਸ ਤੋਂ ਅੱਗੇ ਟਰੂ ਫਾਲਸ। ਇੰਗਲੈਂਡ ਦੀ ਸਰਕਾਰ ਦਾ ਸਿੱਧਾ ਸ਼ਾਸਨ ਹੋ ਗਿਆ। ਬਿਲਕੁਲ ਠੀਕ ਹੈ। ਅੰਗਰੇਜ਼ਾਂ ਨੇ ਭਾਰਤੀਆਂ ਨਾਲ ਵਿਤਕਰਾ ਨਾ ਕਰਨ ਦਾ ਵਿਸ਼ਵਾਸ ਦਿੱਤਾ। ਇਹ ਵੀ ਠੀਕ ਹੈ। ਇਸ ਤੋਂ ਅੱਗੇ ਸਾਡੀ ਇਹੀ ਸਲਾਈਡ ਆ ਗਈ ਇੰਗਲਿਸ਼ ਮੀਡੀਅਮ 'ਚ। ਫਸਟ ਕੁਐਸਚਨ ਦਾ ਆਨਸਰ, ਦ ਰਿਵੋਲਟ ਆਫ 1857 ਇਜ਼ ਕਾਲਡ ਏ ਸੋਲਜਰਸ ਰਿਵੋਲਟ ਐਂਡ ਸਟਰਗਲ ਫੋਰ freedom of India। फर्स्ट क्वेश्चन का आंसर। सेकंड क्वेश्चन का आंसर, वाइसराय। तो फर्स्ट क्वेश्चन, सेकंड क्वेश्चन। इस तो अगे थर्ड क्वेश्चन, दिस रिवोल्ट वाज अनसक्सेसफुल। थर्ड क्वेश्चन का आंसर। जेकर असीं दोबारा देखिए तो फर्स्ट पॉइंट, फर्स्ट क्वेश्चन का आंसर, सैकेंड क्वेश्चन का आंसर, थर्ड क्वेश्चन का आंसर। इस तरह असीं पहला, दूजा, तीजा तीनों क्वेश्चन कर लिए हैं। इस तो अगे फिल इन द ब्लैंक। द रूल ऑफ, द फस्ट फिल इन द ब्लैंक दे विच की आवेगा? द रूल ऑफ ईस्ट इंडिया कंपनी वाज
put to an end ਇੱਥੇ ਤੱਕ the rule of East India Company. First fill in the blank. Second fill in the blank ਮੰਗਲ ਪਾਂਡੇ। ਤਾਂ ਦੁਬਾਰਾ ਦੇਖਦੇ ਹਾਂ ਅਸੀਂ the rule of put to an end. First question, ਮੰਗਲ ਪਾਂਡੇ was the first पूरा है। सेकंड फिल इन द ब्लैंक। थर्ड फिल इन द ब्लैंक। फर्स्ट सेकंड थर्ड ये तीनों फिल इन द ब्लैंक कर ले। इस तो अगे ट्रू फॉल्स। फर्स्ट ट्रू, सेकंड ट्रू। इस तरह असीं अज वाली स्लाइड का काम किया। चैनल नूं सबसक्राइब करो तो लाइक करो तां जो तुहानूं हरेक वीडियो बारे पता लग सके। धन्नवाद।